गुरु रू प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत है राजा शिवनाब। आओ उसका चौथा हिस्सा सरवण करने की कोशिश करिए जी। चौथा। मैं जानिया वडहंस है तां मैं कीता संग, जे जाना बगबपड़ा जन्म न देंदी अंग। इस सलोक ਨੂੰ ਰਾਜਾ ਨੇ ਇਸ ਲਹਿ ਵਿੱਚ ਪੜਿਆ ਕਿ ਪੰਡਤ ਜੀ ਦੇ ਵੀ ਦੰਦ ਜੁੜ ਗਏ ਤੇ ਨੈਣ ਮੁੰਦ ਗਏ। ਸੰਧਿਆ ਹੁਣ ਡੂੰਗੀ ਹੋ ਗਈ ਸੀ, ਚੰਦਰਮਾ ਤੇ ਤਾਰੇ ਚੜ ਪਏ ਸੇ। ਰਾਜਾ ਗੱਲਾਂ ਕਰਦਾ ਥੱਕ ਗਿਆ ਸੀ। ਰਾਣੀ ਪੰਡਤ ਜੀ ਦੇ ਹੱਠ ਅਰ ਛੋਟੀ ਨਜ਼ਰ ਪਰ ਅੱਕ ਰਹੀ ਸੀ। ਪੰਡਤ ਜੀ ਉਦਾਸੀਨ ਹੋ ਰਹੇ ਸੇ ਕਿ ਇन्हें ਨੂੰ ਇੱਕ ਦਾਸ ਨੇ ਆ ਕੇ ਆਖਿਆ ਕਿ ਆਪ ਦੇ ਸੁੱਕੇ ਹੋਏ ਤੇ ਤਿਆਗੇ ਹੋਏ ਬਾਗ ਵਿੱਚ ਇੱਕ ਸਾਧੂ ਆਇਆ ਹੈ ਔਰ ਆਖਦੇ ਹਨ ਕਿ ਨਾਨਕ ਸ਼ਾਹ ਫਕੀਰ ਹੈ। ਨਾਮ ਸੁਣਨਾ ਸੀ ਕਿ ਰਾਜਾ ਉੱਠ ਪਾਜਾ। ਹਾਏ ਪ੍ਰੇਮ, ਨਾ ਘੋੜਾ, ਨਾ ਪਾਲਕੀ, ਨਾ ਰਾਜ ਦਾ ਖਿਆਲ, ਨਾ ਦਬਦਬੇ ਘਟਣ ਦਾ ਭੈ, ਵਾਹੋ ਦਾਹੀ ਨਸਿਆ ਜਾ ਰਿਹਾ ਹੈ। ਰਾਣੀ ਵੀ ਟੁਰੀ, ਪਰ ਮਰਦ ਦੀ ਟੋਰ ਨੂੰ ਤੇ ਫੇਰ ਭਜਵੀਂ ਟੋਰ ਨੂੰ ਕੌਣ ਮਿਲੇ। ਉਸ ਨੂੰ ਤਾਂ ਛੇਕੜ ਦਾਸਾਂ ਨੇ ਪਾਲਕੀ ਤੇ ਚਾੜ ਲਿਆ ਤੇ ਪੰਡਤ ਜੀ ਸਹਿਜੇ ਸਹਿਜੇ ਆਪਣੀ ਪਾਲਕੀ ਪਾਸ ਆਪਣੇ ਤੇ ਘਰ ਵੱਲ ਟੁਰ ਗਏ। ਬਾਗ ਵਿੱਚ ਇੱਕ ਚੰਗੇ ਮਜ਼ਬੂਤ ਭਗਵੇਂ ਭੇਖ ਦੇ ਸਾਧੂ ਬੈਠੇ ਸੇ। ਰਾਜਾ ਜਾ ਕੇ ਚੁਫਾਲ ਪੈਰਾਂ ਤੇ ਟਹਿ ਪਿਆ। ਵੈਰਾਗ ਨਾਲ ਕੰਠ ਰੁਕ ਗਿਆ ਸੀ। ਪ੍ਰੇਮ ਨਾਲ ਨੈਣ ਛੈਬਰਾਂ ਲਾ ਰਹੇ ਸੇ। ਚਰਨਾਂ ਤੇ ਮੱਥਾ ਟੇਕਿਆ। ਸੰਤ ਨੇ ਉਠਾਇਆ, ਥਾਪੜਾ ਦਿੱਤਾ, ਖੇਮ ਕੁਸ਼ਲ ਪੁੱਛੀ। ਰਾਜਾ ਜੀ ਉੱਤਰ ਦੇ ਕੇ ਅਦਬ ਨਾਲ ਬੈਠ ਗਏ। ਹੁਣ ਰਾਣੀ ਵੀ ਆ ਗਈ ਸੀ ਤੇ ਕੁਝ ਦਾਸ ਵੀ ਆ ਗਏ ਸਨ। ਰਾਜਾ ਨੇ ਬਿਨੈ ਕੀਤੀ ਕਿ ਮਹਿਲਾਂ ਵਿੱਚ ਚੱਲੋ, ਤਾਂ ਉਸਨੇ ਕਿਹਾ ਅਸੀਂ ਅਤੀਤ ਹਾਂ, ਘਰਾਂ ਨਾਲ ਸਾਡਾ ਕੀ ਵਾਸਤਾ। ਰਾਜਾ ਸੁਣ ਕੇ ਤੱਕਣ ਲੱਗ ਪਿਆ। ਨਾਨਕ ਮੇਰਾ ਨਾਨਕ, ਮੇਰਾ ਗੁਰੂ ਨਾਨਕ, ਮੇਰਾ ਸਤਿਗੁਰੂ ਨਾਨਕ ਤਾਂ ਗ੍ਰਸਤੀ ਸੁਣਿਆ ਸੀ, ਇਹ ਅਤੀਤ ਹੈ। ਹੈਂ, ਕਿਤੇ ਮੇਰੀ ਸ਼ੁਦਾਈ ਅਵਸਥਾ ਨਾਲ ਛਲ ਤਾਂ ਨਹੀਂ ਹੋ ਰਿਹਾ। ਐਸਾ ਵਿਚਾਰ ਕੇ ਰਾਜਾ ਨੇ ਮੱਥਾ ਟੇਕਿਆ। ਦਾਸਾਂ ਨੂੰ ਹੁਕਮ ਦਿੱਤਾ ਕਿ 12 ਦਰੀ ਵਿੱਚ ਡੇਰਾ ਕਰਾਓ ਤੇ ਆਪ ਸਿਰ ਨੀਵਾਂ ਕਰਕੇ ਟੁਰ ਪਿਆ। ਅੰਗ ਅੰਗ ਵਿੱਚ ਪੀੜ ਹੈ, ਜੀ ਛਿਤਾ ਹੈ, ਨੈਣਾਂ ਦੇ ਸੋਮੇ ਸੁੱਕ ਗਏ ਹਨ, ਕਲੇਜੇ ਵਿੱਚ ਕਸਕ ਪੈਂਦੀ ਹੈ, ਅੱਖਾਂ ਦੇ ਅੰਦਰ ਧੂੜ ਦਾ ਮੀਂਹ ਵਸਦਾ ਪ੍ਰਤੀਤ ਦਿੰਦਾ ਹੈ। ਪਾਲਕੀ ਵਿੱਚ ਰਾਜਾ ਜੀ ਚੜ ਬੈਠੇ। ਘਰ ਪਹੁੰਚੇ। ਸਾਰੀ ਰਾਤ ਐਵੇਂ ਲੰਘੀ ਜਿਵੇਂ ਸਿਰ ਨੂੰ ਤਾਪ ਚੜਿਆ ਹੁੰਦਾ ਹੈ। ਉਸਲਵੱਟੇ ਭਜਦੇ ਹਨ। ਹਾਏ ਹਾਏ ਹੁੰਦੀ ਹੈ। ਚੰਦਰਕਲਾ ਆਖਦੀ ਹੈ, ਸੁਆਮੀ ਜੀ, ਮੈਂ ਕਈ ਵੇਰ ਬਿਨੈ ਕੀਤੀ ਹੈ ਕਿ ਪੰਡਤ ਜੀ ਨਾਲ ਚਰਚਾ ਨਾ ਕਰਿਆ ਕਰੋ। ਉਹਨਾਂ ਦਾ ਕੀ ਵਿਗੜਦਾ ਹੈ। ਦਿਨੇ ਰਾਤ ਚਰਚਾ ਦਾ ਉਹਨਾਂ ਨੂੰ ਸੁਭਾਅ ਹੈ। ਉਹਨਾਂ ਦਾ ਕਿੱਤਾ ਹੀ ਚਰਚਾਵਾਦ ਹੈ। ਤੁਸਾਂ ਸਾਰਾ ਦਿਨ ਰਾਜ ਦਾ ਕੰਮ ਕਰਨਾ, ਰਾਤ ਭਗਵਾਨ ਸਿਮਰਨ ਵਿੱਚ ਬਿਤਾਉਣੀ। ਤੁਸਾਡਾ ਅੰਦਰ ਨਰਮ ਤੇ ਸਰਵਾ ਹੈ। ਕਰੜੇ ਪੰਡਤ ਨਾਲ ਝਗੜ ਕੇ ਸੱਟ ਖਾ ਜਾਂਦਾ ਹੈ। ਮਸਟ ਵਾਚ ਰਿਹਾ ਕਰੋ। ਮੈਂ ਤਾਂ ਸੁਣ ਸੁਣ ਕੇ ਥੱਕ ਗਈ। ਤੁਸੀਂ ਕਰ ਕਰਕੇ ਨਾ ਥੱਕੇ। ਪਰ ਉਸ ਉੱਤੇ ਕੀ ਅਸਰ ਹੁੰਦਾ ਹੈ। ਨਿਰੁੱਤਰ ਹੋ ਜਾਂਦਾ ਹੈ, ਫਿਰ ਹੱਠ ਨਹੀਂ ਛੋੜਦਾ। ਨਿਰੀ ਵਿਦਿਆ ਦਾ ਇਹੀ ਅਵਗੁਣ ਹੈ ਕਿ ਇਹ ਜੀਵ ਨੂੰ ਸਾਰਗ੍ਰਾਹੀ ਨਹੀਂ ਰਹਿਣ ਦਿੰਦੀ, ਹੱਠੀ ਕਰ ਦਿੰਦੀ ਹੈ। ਰਾਣੀ ਦੀ ਇਹ ਪਿਆਰ ਭਰੀ ਝਾੜ ਰਾਜਾ ਨੂੰ ਠੰਡ ਪਾਉਂਦੀ ਸੀ। ਫਿਰ ਆਪ ਪੈਰ ਪਿਆਦੇ ਉੱਠ ਭੱਜੇ। ਬਖਸ਼ ਲੈਣਾ, ਜਿਸ ਨਾਨਕ ਦਾ ਮਨਸੁਖ ਸੀ, ਇਹ ਸਾਧ ਉਹ ਨਾਨਕ ਨਹੀਂ ਹੈ। ਇਸ ਵਿੱਚ ਤਾਂ ਮਨਸੁਖ ਜਿੰਨੀ ਸੁਗੰਧੀ ਵੀ ਨਹੀਂ। ਮਾਫ ਕਰਨਾ, ਮੈਨੂੰ ਤਾਂ ਤੁਹਾਡੇ ਦਰਸ਼ਨ, ਵੈਰਾਗ, ਪਿਆਰ ਵਿੱਚ ਜੋ ਰਸ ਪੈਂਦਾ ਹੈ, ਇਸ ਸਾਧ ਦੇ ਦਰਸ਼ਨ ਨਾਲ ਉਸਦੇ ਉਲਟ ਪਿਆ ਹੈ। ਜੇ ਤੁਹਾਡਾ ਕੋਮਲ ਰਿਦਾ ਆਗਿਆ ਦੇਵੇ ਤਾਂ ਮੈਂ ਰਾਤੋਂ ਰਾਤ ਪਤਾ ਕੱਢ ਲਵਾਂ ਕਿ ਇਹ ਕੌਣ ਹੈ। ਨਾਨਕ ਤੇ ਆਪ ਦਾ ਪਿਆਰਾ ਗੁਰੂ ਨਾਨਕ ਤੇ ਮਨਸੁਖ ਦਾ ਪੂਜੇ ਗੁਰੂ ਨਾਨਕ ਦੇਵ ਤਾਂ ਇਹ ਸਾਧੂ 3 ਕਾਲ ਨਹੀਂ ਹੈ। ਰਾਜਾ ਚੰਦਰਕਲਾ, ਲੱਗਦਾ ਤਾਂ ਐਸਾ ਹੀ ਹੈ, ਪਰ ਮੇਰੀ ਬੁੱਧੀ ਤਾਂ ਚਰਚਾ ਕਰਕੇ ਸਹੇੜੀ ਧੂੜ ਹੇਠਾਂ ਮੈਲੀ ਹੋ ਰਹੀ ਸੀ।
ਨਹੀਂ ਤਾਂ ਪਿਆਰੇ ਦੇ ਪਿਆਰ ਦਾ ਪ੍ਰਭਾਵ ਦੱਸ ਦਿੰਦਾ ਕਿ ਕੌਣ ਹੈ। ਕੋਲ ਜਾ ਕੇ ਮੈਂ ਸਖਣਾ ਹੋ ਗਿਆ ਹਾਂ, ਔਖਾ ਹੋ ਗਿਆ ਹਾਂ। ਕੋਈ ਤਦਬੀਰ ਕਰੋ ਜੋ ਇਹ ਸਵੇਰ ਤਾਈਂ ਪ੍ਰਤੱਖ ਹੋ ਜਾਏ ਕਿ ਠੱਗ ਹੈ ਕਿ ਸਾਧ। ਰਾਣੀ ਨੇ ਜਾ ਕੇ ਆਪਣੀ ਇੱਕ ਦਾਸੀ ਨੂੰ ਹੁਕਮ ਦਿੱਤਾ ਕਿ ਬਾਗ ਵਾਲੇ ਸਾਧੂ ਨੂੰ ਮਾਸ ਸ਼ਰਾਬ ਦਾ ਖਾਣਾ ਕਾਲੇ ਔਰ ਰਾਤ ਉੱਥੇ ਨਾਚ ਰੰਗ ਹੋਣ। ਸਵੇਰੇ ਖਬਰ ਮਿਲੇ ਕਿ ਉਹ ਸਾਧੂ ਹੈ ਜਾਂ ਪਖੰਡੀ। ਪਹਿਲੀ ਰਾਤ ਤਾਂ ਰਾਜੇ ਨੇ ਜਾਗ ਜਾਗ ਕੇ ਗੁਜ਼ਾਰੀ, ਪਰ ਅੰਮ੍ਰਿਤ ਵੇਲੇ ਅੱਖ ਲੱਗ ਗਈ। ਅੱਖ ਕੀ ਲੱਗੀ, ਇੱਕ ਨੀਂਦ ਆਈ। ਅੱਧੇ ਘੰਟੇ ਬਾਅਦ ਸੁਭਾਗ ਨੀਂਦ ਖੁੱਲ ਗਈ। ਨੀਂਦ ਵਿੱਚ ਮਿੱਠਾ ਮਿੱਠਾ ਆਤਮ ਕਿਰਨਾਂ ਵਰਸਾਂਦਾ ਸੁੱਚੀ ਛਬੀ ਵਾਲਾ ਮਨਸੁਖ ਦਾ ਚਿਹਰਾ ਦਿਸਿਆ। ਸਾਰੀਆਂ ਕੁਲਫਤਾਂ ਦੂਰ ਹੋ ਗਈਆਂ। ਉਹ ਠੰਡਾ ਰਸ, ਉਹ ਪ੍ਰੇਮ ਦੀ ਚਰਨਾਹਟ, ਉਹ ਹਰੀ ਚਰਨਾਂ ਵਿੱਚ ਰਤੀ, ਉਹ ਖੇੜੇ ਭਰਿਆ ਸਿਮਰਨ, ਉਹ ਹੁਲਾਰੇ ਤੇ ਬੇਖੁਦੀ ਦੇ ਹੂਟੇ ਸ਼ੁਰੂ ਹੋ ਗਏ। ਇਧਰੋਂ ਟਹਿਲਣ ਨੇ ਆ ਦੱਸਿਆ ਕਿ ਉਹ ਤਾਂ ਸਾਧੂ ਨਹੀਂ ਹੈ, ਕੋਈ ਪਾਮਰ ਜੀਵ ਰਾਜਾ ਜੀ ਨੂੰ ਧੋਖਾ ਦੇਣ ਆਇਆ ਸੀ। ਇਹ ਸੁਣ ਕੇ ਰਾਜਾ ਜੀ ਨੇ ਬਹੁਤ ਵੈਰਾਗ ਕੀਤਾ ਤੇ ਰਾਣੀ ਨੂੰ ਆਖਣ ਲੱਗੇ, ਚੰਦਰ ਕਲਾ, ਬੜੇ ਦੁੱਖ ਦੀ ਬਾਤ ਹੋਈ। ਸਾਡੇ ਪ੍ਰੇਮ ਦੇ ਰੰਗ ਵਿੱਚ ਭੰਗ ਪੈ ਗਿਆ। ਪਖੰਡੀਆਂ ਨੇ ਸਾਡੇ ਪ੍ਰੇਮ ਨੂੰ ਸ਼ੁਦਾ ਸਮਝ ਕੇ ਜਾਲ ਵਿਛਾਉਣੇ ਆਰੰਭ ਦਿੱਤੇ ਹਨ। ਸਾਡੇ ਲਈ ਬਚਾਓ ਕਰਨਾ ਜ਼ਰੂਰੀ ਹੋ ਗਿਆ ਹੈ। ਇਹ ਯਤਨ ਰਸ ਭੰਗ ਕਰੇਗਾ। ਚੰਦਰ ਕਲਾ, ਸਵਾਮੀ ਜੀ ਕਿਵੇਂ? ਰਾਜਾ, ਜਿਸ ਵੇਲੇ ਸਾਡੇ ਕਿਰਪਾਲ ਸਤਿਗੁਰੂ ਜੀ ਨੇ ਆਉਣਾ ਸੀ, ਅਸਾਂ ਡੁੱਲ ਡੁੱਲ ਕੇ ਨਿਰਸ਼ੰਕ ਹੋ ਕੇ ਉਹਨਾਂ ਦੇ ਚਰਨਾਂ ਤੇ ਢਹਿਣਾ ਸੀ। ਉਹਨਾਂ ਦੇ ਮਿਲਾਪ ਦੇ ਸਵਾਦ ਵੇਲੇ ਚਿੱਤ ਵਿੱਚ ਕੋਈ ਸੰਸਾ ਨਹੀਂ ਸੀ ਹੋਣਾ। ਹੁਣ ਸਾਨੂੰ ਸੰਸਾ ਪੈ ਗਿਆ। ਪਹਿਲੇ ਪਰਖਾਂਗੇ ਫਿਰ ਚੁੱਕਾਂਗੇ ਤਾਂ ਸਾਡੇ ਅੰਦਰ ਕੀ ਗੱਲ ਹੋਵੇਗੀ। ਰਤਾ ਧਿਆਨ ਨਾਲ ਸੋਚਣਾ, ਬਈ ਜਦੋਂ ਪਿਆਰਾ ਸੱਚਮੁੱਚ ਆਇਆ ਹੋਇਆ ਹੋਵੇਗਾ, ਸਾਨੂੰ ਸੰਸਾ ਫੁਰੇਗਾ ਕਿ ਇਹ ਖਬਰੇ ਪਿਆਰਾ ਹੈ ਕਿ ਨਹੀਂ। ਇਸ ਆਪਣੇ ਸੰਸੇ ਤੋਂ, ਆਪਣੇ ਦੁੱਖ ਔਰ ਅਗਿਆਨ ਤੋਂ ਪਾਰ ਹੋਣ ਲਈ ਅਸੀਂ ਪ੍ਰੀਤਮ ਦਾ ਪਰਤਾਵਾ ਲਵਾਂਗੇ। ਕਮੀ ਸਾਡੇ ਵਿੱਚ ਹੋਵੇਗੀ, ਪ੍ਰੀਖਿਆ ਵਿੱਚ ਉਸ ਪੂਰਨ ਜੋਤ ਨੂੰ ਪਾਵਾਂਗੇ। ਜਦ ਉਹ ਪੂਰਾ ਨਿਕਲੇਗਾ ਤਦ ਮੰਨਾਂਗੇ। ਸੋ ਸੋਚ ਪਿਆਰੀ, ਇੱਕ ਤਾਂ ਭਾਰੀ ਬੇਅਦਬੀ ਹੋਵੇਗੀ, ਦੂਜੇ ਸਾਨੂੰ ਉਹ ਜੋ ਭੋਲੇ ਪਾ ਨਿਰਸੰਸੇ ਭਰੋਸੇ ਸਿਦਕ ਤੇ ਪ੍ਰੇਮ ਨਾਲ ਡੁੱਲ ਪੈਣ ਦਾ ਰਸ ਆਉਣਾ ਸੀ, ਨਹੀਂ ਆਵੇਗਾ। ਫਿਰ ਪਿਆਰੀ, ਪ੍ਰੇਮ ਦਾ ਮੈਦਾਨ ਹੈ। ਖਬਰੇ ਪ੍ਰੀਤਮ ਸਾਡੇ ਇਸ ਵਰਤਾਵ ਨੂੰ ਝੱਲੇ ਕਿ ਨਾ। ਚੰਦਰ ਕਲਾ, ਸਵਾਮੀ ਜੀ, ਪਹਿਲੀ ਬਾਤ ਆਪ ਦੀ ਠੀਕ ਹੈ ਔਰ ਮੇਰੇ ਲੂਹ ਕੰਡੇ ਹੋ ਗਏ ਹਨ। ਕਿਸੇ ਨਿਰਦਈ ਨੇ ਇਹ ਸਾਡੇ ਨਾਲ ਬੜਾ ਅਨਿਆਏ ਕੀਤਾ ਹੈ। ਪਰੰਤੂ ਦੂਸਰੀ ਬਾਤ ਠੀਕ ਨਹੀਂ ਲੱਗਦੀ, ਕਿਉਂਕਿ ਉਹ ਪ੍ਰੇਮ ਮੂਰਤੀ ਹਨ, ਕਿਰਪਾਲੂ ਹਨ। ਉਹਨਾਂ ਨੇ ਆਪਣੇ ਬਿਰਧ ਬਾਣੇ ਦੀ ਲਾਜ ਨੂੰ, ਆਪਣੇ ਤਰੁੱਠ ਪੈਣ ਵਾਲੇ ਸੁਭਾਅ ਦੇ ਰੰਗ ਨੂੰ ਆਉਣਾ ਹੈ ਤੇ ਮਿਹਰਾਂ ਕਰਨੀਆਂ ਹਨ। ਉਹ ਸਾਡੇ ਅਵਗੁਣਾਂ ਨੂੰ ਖਿਮਾ ਕਰਨਗੇ। ਹੁਣ ਨੌਕਰ ਨੇ ਆ ਕੇ ਖਬਰ ਦਿੱਤੀ ਕਿ ਵਿਦੂਖਕ ਜੀ ਆਏ ਹਨ ਤੇ ਆਖਦੇ ਹਨ ਕਿ ਬਿਨੈ ਕਰੋ ਜੋ ਇਸ ਇਕਾਂਤ ਵਕਤ ਵਿੱਚੋਂ ਕੁਝ ਕਾਲ ਮੈਨੂੰ ਬਖਸ਼ਣ, ਮੈਂ ਕੋਈ ਗੱਲ ਕਰਨੀ ਹੈ। ਰਾਜਾ ਜੀ ਸੁਣ ਕੇ ਕੁਝ ਸੋਚ ਵਿੱਚ ਪੈ ਗਏ, ਪਰ ਚੰਦਰ ਕਲਾ ਨੇ ਕਿਹਾ, ਹੇ ਰਾਜਨ, ਵਿਦੂਖਕ ਚਾਹੇ ਮਸਖਰਾ ਹੈ, ਪਰ ਹੈ ਅੰਗਪਾਲ, ਬੁਲਾ ਲਓ ਔਰ ਮਿਲ ਲਓ। ਰਾਜਾ ਸੁਣ ਕੇ ਮੁਸਕਰਾਇਆ ਤੇ ਕਹਿਣ ਲੱਗਾ, ਲੈ ਆਓ। ਨੌਕਰ ਗਿਆ ਔਰ ਵਿਦੂਖਕ ਜੀ ਨੂੰ ਲੈ ਆਇਆ। ਵਿਦੂਖਕ ਨੇ ਆ ਕੇ ਮੱਥਾ ਟੇਕਿਆ ਤੇ ਬੈਠ ਗਿਆ। ਗੱਲਾਂ ਤੁਰ ਪਈਆਂ। ਉਹ ਜੋ ਗੱਲ-ਗੱਲ ਤੇ ਜੁਗਤਾਂ ਕਰਦਾ ਹੁੰਦਾ ਸੀ, ਬੜੀਆਂ ਵਿਚਾਰਸ਼ੀਲ ਬਾਤਾਂ ਕਰ ਰਿਹਾ ਹੈ ਔਰ ਗੁੱਝੇ ਲਾਲ ਵਾਂਗੂ ਕੀਮਤੀ ਚਮਕਾਰੇ ਮਾਰਦਾ ਹੈ। ਵਿਦੂਖਕ, ਰਾਜਾ ਜੀ, ਇਹ ਜੋ ਰਾਤ ਇੱਕ ਪਖੰਡੀ ਨੇ ਆ ਕੇ ਧੋਖਾ ਦਿੱਤਾ ਹੈ, ਮੇਰੇ ਜੀ ਨੂੰ ਇਸ ਤੋਂ ਬਹੁਤ ਕਲੇਸ਼ ਹੋਇਆ ਹੈ। ਇਹ ਉਹ ਗਿਰਾਓ ਦੀ ਨਿਸ਼ਾਨੀ ਹੈ ਜਿਸ ਨੇ ਸਾਰੇ ਭਾਰਤ ਵਰਸ਼ ਨੂੰ ਤਬਾਹ ਕਰ ਦਿੱਤਾ ਹੈ। 400 ਬਰਸ ਤੋਂ ਉਹ ਸਾਰਾ ਦੇਸ਼ ਨਸ਼ਟ ਹੋ ਰਿਹਾ ਹੈ। ਉੱਥੋਂ ਦੀ ਲਾਗ ਇੱਥੇ ਵੀ ਆ ਗਈ।
ਜਿਸ ਦੇਸ਼ ਵਿੱਚ ਸੱਚ ਨਹੀਂ ਰਿਹਾ, ਉਹ ਦੇਸ਼ ਕਿਸ ਆਧਾਰ ਤੇ ਸੁਖੀ ਰਹਿ ਸਕਦਾ ਹੈ? ਫਿਰ ਜਿਸ ਦੇਸ਼ ਵਿੱਚ ਸਵਾਰਥ ਖੁਦਗਰਜ਼ੀ ਪ੍ਰਧਾਨ ਹੈ, ਉਹ ਦੇਸ਼ ਕਦ ਸੁਖੀ ਹੋ ਸਕਦਾ ਹੈ? ਮੇਰਾ ਚਿੱਤ ਹੈ ਕਿ ਇਸ ਪਾਮਰ ਨੂੰ ਕਰੜਾ ਦੰਡ ਦਿੱਤਾ ਜਾਵੇ। ਰਾਜਾ, ਵਿਦੂਖਕ ਜੀ, ਇਹ ਮੇਰਾ ਅਪਰਾਧੀ ਹੈ। ਅਪਰਾਧ ਵੀ ਮਹਾਨ ਹੈ, ਪਰ ਮੇਰੇ ਵੱਲੋਂ ਯੋਗ ਦੰਡ ਮੇਰੀ ਖਿਮਾ ਹੈ। ਵਿਦੂਖਕ, ਰਾਜਨ, ਆਪ ਦੀ ਇਹ ਮਹਾਨ ਗੰਭੀਰਤਾ ਦੇਸ਼ ਦੇ ਸੁਖੀ ਹੋਣ ਦੀ ਨਿਸ਼ਾਨੀ ਹੈ। ਇਤਨੇ ਨੂੰ ਮੰਤਰੀ ਜੀ ਦੀ ਖਬਰ ਆਈ। ਰਾਜਾ ਜੀ ਨੇ ਬੁਲਾ ਲਏ। ਨਮਸਕਾਰ ਕਰਕੇ ਮੰਤਰੀ ਜੀ ਬੈਠ ਗਏ। ਮੰਤਰੀ, ਹੇ ਰਾਜਨ, ਪੰਡਤ ਜੀ ਤੇ ਇਸ ਦਾਸ ਨੂੰ ਸ੍ਰੀ ਜੀ ਦੇ ਨਾਲ ਵਿਦਿਆ ਪਾਵਣੇ ਦਾ ਮਾਣ ਹੈ। ਫਿਰ ਸਾਡੇ ਤ੍ਰੈਆਂ ਦਾ ਮਤ ਇੱਕੋ ਹੈ ਤੇ ਅੱਜ ਤੱਕ ਭਲੀ ਬੀਤ ਗਈ ਹੈ। ਹੁਣ ਇਕਾਕੀ ਆਪ ਦੇ ਖਿਆਲ ਬਦਲ ਗਏ ਹਨ। ਮੈਂ ਤਾਂ ਇਹ ਸਮਝ ਲਿਆ ਹੈ ਕਿ ਆਪ ਦੀ ਰੁਚੀ ਈਸ਼ਵਰ ਪ੍ਰੇਰਨਾ ਨਾਲ ਕਰਮਕਾਂਡ ਤੋਂ ਉੱਠ ਕੇ ਗਿਆਨ ਵਿੱਚ ਅਰੂੜ ਹੋ ਗਈ ਹੈ। ਹੋਰ ਕੁਝ ਨਹੀਂ ਹੋਇਆ, ਪਰ ਜੇ ਕੁਝ ਹੋਰ ਵੀ ਹੋਇਆ ਹੈ ਤਾਂ ਆਪ ਦਾ ਸੱਚਾ ਵਿਸ਼ਵਾਸ ਹੈ ਔਰ ਆਪ ਆਪਣੇ ਕਲਿਆਣ ਲਈ ਸੁਤੰਤਰ ਹੋ। ਆਪ ਜਿਸ ਬਾਤ ਵਿੱਚ ਕਲਿਆਣ ਸਮਝਦੇ ਹੋ, ਉਸ ਤੋਂ ਹੋਣ ਲਈ ਆਪ ਨਾਲ ਅਨਿਆਏ ਕਰਨਾ ਅਪਰਾਧ ਹੈ ਔਰ ਧਰਮ ਵਿਹਤ ਨਹੀਂ ਹੈ। ਪਰ ਅੱਜ ਜੋ ਅਪਰਾਧ ਆਪ ਨਾਲ ਹੋਇਆ ਹੈ, ਮੈਂ ਉਸ ਨੂੰ ਭਾਰੀ ਪਾਪ ਸਮਝਿਆ ਹੈ ਔਰ ਉਸ ਅਪਰਾਧੀ ਨੂੰ ਕੈਦਖਾਨੇ ਭੇਜ ਆਇਆ ਹਾਂ। ਜੇ ਆਗਿਆ ਹੋਵੇ ਤਾਂ ਉਸ ਨੂੰ ਸੂਲੀ ਦਿੱਤਾ ਜਾਵੇ। ਰਾਜਾ ਤਰਬਕ ਕੇ, ਮੰਤਰੀ, ਉਸਨੇ ਪ੍ਰਜਾ ਦਾ ਅਪਰਾਧ ਨਹੀਂ ਕੀਤਾ, ਮੇਰਾ ਅਪਰਾਧ ਕੀਤਾ ਹੈ। ਭਾਵੇਂ ਅਪਰਾਧ ਮੇਰੇ ਲਈ ਅਤ ਦੁਖਦਾਈ ਹੈ, ਪਰ ਗੁਰੂ ਨਾਨਕ ਦੇ ਚਰਨ ਰਜ ਦੀ ਸੁਗੰਧੀ ਦੀ ਤੁਫੈਲ ਮੈਨੂੰ ਇਤਨਾ ਵਿਸ਼ਾਲ ਦਿਲ ਪ੍ਰਾਪਤ ਹੋ ਆਇਆ ਹੈ ਕਿ ਜੋ ਉਸ ਮਹਾਨ ਦੁੱਖ ਤੋਂ ਜੋ ਉਸ ਮੈਨੂੰ ਦਿੱਤਾ ਹੈ, ਇੰਨਾ ਵਡੇਰਾ ਹੈ ਕਿ ਮੈਂ ਉਸ ਨੂੰ ਖਿਮਾ ਕਰਦਾ ਹਾਂ। ਮੰਤਰੀ, ਆਪ ਦੀ ਵਡਿਆਈ, ਖਿਮਾ, ਧੀਰਜ, ਗੰਭੀਰਤਾ ਐਸੇ ਹੀ ਹਨ ਔਰ ਇਸੇ ਵਿੱਚ ਦੇਸ਼ ਦੇ ਸੁਭਾਗ ਹਨ। ਪਰੰਤੂ ਦੰਡ ਨਾ ਦਿੱਤਾ ਗਿਆ ਤਾਂ ਇਸ ਤਰ੍ਹਾਂ ਦੇ ਅਪਰਾਧ ਨਿਤਾ ਪ੍ਰਤੀ ਹੋਣਗੇ ਔਰ ਇਸ ਪਾਪ ਦਾ ਇਹ ਅਰਥ ਨਹੀਂ ਕਿ ਕਿਸੇ ਨੇ ਧੋਖਾ ਦਿੱਤਾ ਹੈ। ਇਸ ਧੋਖੇ ਦਾ ਅਰਥ ਹੈ ਕਿ ਕਿਸੇ ਵਿੱਚ ਬਲ ਨਾ ਹੋਣ ਕਰਕੇ ਛਲ ਵਰਤਿਆ ਗਿਆ ਹੈ। ਸੋ ਇਹ ਛਲ ਨਹੀਂ, ਬਲ ਹੀ ਹੈ। ਜੇ ਸੱਚਮੁੱਚ ਕਿਸੇ ਪਾਸ ਬਲ ਹੁੰਦਾ ਤਾਂ ਆਪ ਨੂੰ ਦੁੱਖ ਦਿੱਤਾ ਜਾਂਦਾ। ਜੈਸੇ ਸੁਣਦੇ ਹਾਂ ਕਿ ਭਾਰਤ ਵਰਸ਼ ਵਿੱਚ ਕਈ ਮੁਸਲਮਾਨ ਰਾਜੇ ਕਰ ਰਹੇ ਹਨ। ਇੱਥੇ ਬਲ ਨਹੀਂ, ਇਸ ਵਾਸਤੇ ਛਲ ਤੋਂ ਕੰਮ ਲਿਆ ਜਾਂਦਾ ਹੈ। ਇਹ ਇੱਕ ਪ੍ਰਕਾਰ ਦਾ ਆਪ ਨਾਲ ਮੁਕਾਬਲਾ ਹੈ। ਆਗਿਆ ਦਿਓ ਤਾਂ ਡੂੰਗੀ ਖੋਜ ਭਾਲ ਹੋਵੇ ਤੇ ਯੋਗ ਦੰਡ ਮਿਲੇ। ਰਾਜਾ, ਸੱਚ ਹੈ, ਸੰਸਾਰ ਵਿੱਚ ਧਰਮ ਦੇ ਨਾਮ ਹੇਠ ਬਹੁਤ ਕਸ਼ਟ ਪਹੁੰਚਾਇਆ ਜਾਂਦਾ ਹੈ ਔਰ ਇਹ ਭੁੱਲ ਹੈ। ਮੈਂ ਨਹੀਂ ਕਰਾਂਗਾ, ਪਰ ਮੈਂ ਇਸ ਦੇ ਕਸ਼ਟ ਝੱਲਣ ਲਈ ਤਿਆਰ ਹਾਂ। ਖੋਜਾਂ ਕੀ ਕਰਨੀਆਂ ਹਨ? ਮੇਰੇ ਇਹਨਾਂ ਨੈਣਾਂ ਨਾਲ ਅਣਡਿੱਠੇ ਪ੍ਰੀਤਮ ਜੀ ਪ੍ਰੇਮ ਬਾਣ ਲੈ ਕੇ ਆ ਰਹੇ ਹਨ। ਬਿਨਾਂ ਖੋਜ ਹੀ ਸਭ ਨੂੰ ਸਰ ਕਰਨਗੇ। ਮੰਤਰੀ ਜੀ, ਤੁਸੀਂ ਖਿਮਾ ਕਰੋ ਔਰ ਉਸ ਛੋਟੇ ਦਿਲ ਵਾਲੇ ਸਾਧੂ ਨੂੰ ਛੋੜ ਦਿਓ ਔਰ ਜਿਨ੍ਹਾਂ ਦਾ ਉਹ ਦੂਤ ਹੈ, ਉਹਨਾਂ ਦੇ ਔਗਣ ਕੱਜੇ ਰਹਿਣ ਦਿਓ। ਖਿਮਾ ਦਾ ਸੂਰਜ ਉਹਨਾਂ ਨੂੰ ਚੁੱਪਚਾਪ ਪ੍ਰਕਾਸ਼ ਦਾਨ ਕਰੇਗਾ। ਮੇਰੀ ਅੱਗੋਂ ਦੀ ਰਾਖੀ ਇਸ ਤਰ੍ਹਾਂ ਕਰੋ ਕਿ ਜੋ ਸ਼ਖਸ ਆ ਕੇ ਕਹੇ ਕਿ ਮੈਂ ਉਹ ਹਾਂ ਤਾਂ ਉਸ ਦਾ ਆਦਰ ਕਰੋ, ਪਰ ਕਰੜੀ ਪ੍ਰੀਖਿਆ ਵਿੱਚ ਪਾਓ। ਜੇ ਉਸ ਦਾ ਚਾਲ ਚਲਨ ਅਰਥਾਤ ਸਦਾਚਾਰ ਦਰੁਸਤ ਨਿਕਲੇ ਤਾਂ ਮੈਨੂੰ ਖਬਰ ਦਿਓ, ਤੇ ਜੇ ਉਸ ਦਾ ਆਚਰਨ ਇਖਲਾਕ ਹੀ ਠੀਕ ਨਾ ਨਿਕਲੇ ਤਾਂ ਉਸ ਨੂੰ ਵਿਦਾ ਕਰ ਦਿਓ। ਦੰਡ ਕੋਈ ਨਾ ਦਿਓ, ਇਧਰ ਮੈਨੂੰ ਖਬਰ ਕੋਈ ਨਾ ਦਿਓ। ਕਿਉਂ ਵਿਦੂਖਕ ਜੀ, ਤੁਸੀਂ ਵੀ ਯੋਗ ਦਰਸ਼ਨ ਪੜ੍ਹੇ ਹੋ। ਜਿਸ ਦੇ ਯਮ ਨਿਯਮ ਹੀ ਨਹੀਂ ਸਵਰੇ, ਉਸ ਦੇ ਵਿੱਚ ਯੋਗ ਦੀ ਸੰਭਾਵਨਾ ਕਰਨੀ ਹੀ ਭੁੱਲ ਹੈ। ਆਪ ਖਫਾ ਤਾਂ ਨਹੀਂ ਹੋ? ਵਿਦੂਖਕ, ਮੈਂ ਚਰਨਾਂ ਦਾ ਦਾਸ ਹਾਂ। ਮੇਰੀ ਨੌਕਰੀ ਇਹ ਸੀ ਕਿ ਆਪ ਨੂੰ ਖੁਸ਼ ਰੱਖਾਂ। ਆਪ ਹੁਣ ਆਪਣੇ ਆਪ ਵਿੱਚ ਖੁਸ਼ ਹੋ।
ਆਪ ਨੂੰ ਖੁਸ਼ ਰਹਿਣੇ ਲਈ ਮੇਰੇ ਜੇ ਭੰਡ ਮਸਖਰੇ ਦੀ ਲੋੜ ਨਹੀਂ ਰਹੀ। ਇਸ ਦੇ ਅਰਥ ਇਹ ਹਨ ਕਿ ਜਿਸ ਕਾਰਜ ਲਈ ਮੈਂ ਨੌਕਰ ਹਾਂ ਉਹ ਸ੍ਰੀ ਜੀ ਨੂੰ ਸੁੱਤੇ ਤੇ ਉਚੇਰਾ ਪ੍ਰਾਪਤ ਹੋ ਰਿਹਾ ਹੈ। ਆਪ ਦੀ ਖੁਸ਼ੀ ਵਿੱਚ ਮੇਰੀ ਖੁਸ਼ੀ ਹੈ। ਆਪ ਪ੍ਰਸੰਨ ਹੋ। ਮੇਰੀ ਨੌਕਰੀ ਕੁਦਰਤ ਆਪ ਕਰ ਰਹੀ ਹੈ ਤੇ ਮੈਨੂੰ ਆਰਾਮ ਦੇ ਰਹੀ ਹੈ। हे ਭਗਵਾਨ, ਮੈਂ ਖੁਸ਼ ਹਾਂ। ਆਪ ਦਾ ਵਿਸ਼ਵਾਸ ਸੱਚਾ ਹੈ। ਆਪ ਦਾ ਪ੍ਰੇਮ ਠੀਕ ਹੈ। ਆਪ ਦੇ ਆਤਮਾ ਵਿੱਚ ਮੈਂ ਨਿਰਵਾਣ ਸੁਖ ਦਾ ਪ੍ਰਵੇਸ਼ ਦੇਖਦਾ ਹਾਂ। ਨਿਰਵਾਣ ਦਾ ਆਨੰਦ, ਬਰਕਤ ਤੇ ਰਹੱਸੇ ਅਸਾਂ ਪੜ੍ਹੇ ਤੇ ਸੁਣੇ ਪਰ ਤੱਕੇ ਨਹੀਂ ਸੀ। ਹੁਣ ਮੈਂ ਪ੍ਰਤੱਖ ਆਪ ਵਿੱਚ ਉਸ ਦਾ ਨਿਵਾਸ ਦੇਖਦਾ ਹਾਂ। ਸਗੋਂ ਮੇਰੇ ਚਿੱਤ ਵਿੱਚ ਤਾਂ ਆਪ ਪਰ ਆਪ ਮੁਹਾਰੀ ਸ਼ਰਧਾ ਆ ਰਹੀ ਹੈ। ਇਸ ਸੁਖ ਦਾ ਨਾਮ ਆਪ ਕੁਛ ਰੱਖੋ। ਮੇਰੀ ਅਸੀਸ ਇਹ ਹੈ ਕਿ ਇਹ ਸੁਖ ਆਪ ਦਾ ਵਧੇ। ਪੰਜਵਾਂ, ਨਾਨਕ ਸਾਜਨ ਕੋ ਬਲ ਜਾਈਏ, ਸਾਚ ਮਿਲੈ ਘਰ ਆਏ। ਇਸ ਤੋਂ ਬਾਅਦ ਸਮਾਂ ਲੰਘਦਾ ਰਿਹਾ। ਕਈ ਸਾਧੂ ਆਏ। ਕਈਆਂ ਨੇ ਆਖਿਆ ਮੈਂ ਨਾਨਕ ਹਾਂ, ਪਰ ਜੋ ਕਸਵੱਟੀ ਹੁਣ ਲਈ ਜਾਂਦੀ ਸੀ ਉਸ ਪਰ ਕੋਈ ਪੂਰਾ ਨਾ ਉਤਰਿਆ। ਕੋਈ ਸੂਰਾ ਵਰਿਆਮ ਆਪਣੇ ਤੇ ਫਤਹ ਪਾਈ ਹੋਈ ਵਾਲਾ ਹੁੰਦਾ, ਕੋਈ ਪੂਰਨ ਹਰੀ ਰਸ ਦਾ ਰਸੀਆਂ ਹੁੰਦਾ ਤਾਂ ਪੂਰਾ ਉਤਰਦਾ। ਕਈ ਤਿਆਗੀ ਵੈਰਾਗੀ ਆਏ, ਪਰ ਅੰਤ ਮਾਇਆ ਦੇ ਕਈ ਰੰਗਾਂ ਦੇ ਵਰਤਾਵਿਆਂ ਵਿੱਚ ਜੋ ਮੰਤਰੀ ਜੀ ਆਪਣੇ ਪ੍ਰਬੰਧ ਹੇਠ ਪਾਉਂਦੇ ਕਿਤੇ ਨਾ ਕਿਤੇ ਜਾ ਕੇ ਟਹਿ ਪੈਂਦੇ। ਇੱਕ ਦਿਨ ਫਿਰ ਰਾਜਾ ਜੀ ਸਮੁੰਦਰ ਕਿਨਾਰੇ ਬੈਠੇ ਸੇ। ਚੰਦਰ ਕਲਾ ਪਾਸ ਬੈਠੀ ਸੀ। ਆਪ ਕਹਿ ਰਹੇ ਸੇ, ਪਿਆਰੀ ਉਤਰੀ ਦਸ਼ਾ ਵੱਲ ਦੀ ਪੌਣ ਪਿਆਰੇ ਦੀ ਸੁਗੰਧੀ ਲਿਆਇਆ ਕਰਦੀ ਸੀ। ਅੱਜ 3 ਦਿਨਾਂ ਤੋਂ ਪੌਣ ਸਖਣੀ ਆਉਂਦੀ ਹੈ। ਮੇਰੇ ਭਾਗ ਵੀ ਕਦੇ ਜਾਗਣਗੇ। ਕਦੇ ਦਰਸ਼ਨਾਂ ਦੀ ਸਿੱਕ ਮੇਰੀ ਵੀ ਪੂਰੀ ਹੋਵੇਗੀ। ਫਿਰ ਇੱਕ ਗੀਤ ਗਾਵਿਆਂ ਜਿਸ ਦਾ ਭਾਵ ਇਸ ਪ੍ਰਕਾਰ ਦਾ ਸੀ। ਖੜੀ ਕਿਨਾਰੇ ਕੂਕ ਪੁਕਾਰਾਂ, ਸਾਈਂ ਨੂੰ ਪਈ ਵਾਜਾਂ ਮਾਰਾਂ। ਆ ਸਾਈਂ ਮੈਂ ਤਨ ਮਨ ਵਾਰਾਂ, ਅਲ ਵਿਲੱਲੀ ਝੱਲੀ ਹਾਂ। ਜੀ ਤਰਸੇ ਉੱਡ ਮਿਲਾਂ ਪਿਆਰੇ, ਲੋਚਾਂ ਜਾਵਾਂ ਪਾਰ ਕਿਨਾਰੇ। ਜਾਵਾਂ ਮੈਂ ਕਿਸ ਓਟ ਸਹਾਰੇ, ਸਿੱਕਦੀ ਖੜੀ ਇਕੱਲੀ ਹਾਂ। ਉਤਵਲ ਜਾਣੋ ਵਰਜ ਰਹਾਣੀ, ਇਤਵਲ ਖੜਿਆਂ ਉਮਰ ਵਿਹਾਣੀ। ਜਾਏ ਨਾ ਸਕਾਂ ਆਪ ਨਿਮਾਣੀ, ਦੁਖੀਆ ਖੜੀ ਦੁਵੱਲੀ ਹਾਂ। ਆਵੋ ਪ੍ਰੀਤਮ ਦਰਸ ਦਿਖਾਵੋ, ਕਰੋ ਮਿਹਰ ਚਾ ਫੇਰਾ ਪਾਓ। ਸਿੱਕਦੀ ਚਰਨੀ ਆਣ ਲਗਾਓ, ਬੌਰੀ ਹੋ ਹੁਣ ਚੱਲੀ ਹਾਂ। ਇਸ ਤਰ੍ਹਾਂ ਦੇ ਵੈਰਾਗ ਵਿੱਚ ਸਨ ਕਿ ਮੰਤਰੀ ਜੀ ਆ ਗਏ ਤੇ ਆਖਣ ਲੱਗੇ, ਹੇ ਰਾਜਾ ਜੀ, 3 ਦਿਨਾਂ ਤੋਂ ਇੱਕ ਸਾਧੂ ਆਏ ਹੋਏ ਹਨ, ਜਿਨ੍ਹਾਂ ਵਰਗਾ ਅੱਗੇ ਕੋਈ ਨਹੀਂ ਆਇਆ। ਪਹਿਲੇ ਤਾਂ ਉਹਨਾਂ ਆਪ ਹੀ ਆ ਕੇ ਸੁੱਕੇ ਬਾਗ ਵਿੱਚ ਡੇਰਾ ਲਾਇਆ ਹੈ। 2 ਆਦਮੀ ਸੋਹਣੀ ਨੁਹਾਰ ਦੇ ਨਾਲ ਹੋਰ ਹਨ। ਮਾਲੀ ਦੱਸਦਾ ਹੈ ਉਹਨਾਂ ਦੇ ਕਦਮ ਰੱਖਦੇ ਸਾਰ ਸੁੱਕੇ ਬੂਟੇ ਬਾਗ ਦੇ ਹਰੇ ਹੋ ਗਏ, ਸ਼ਗੂਫੇ ਫੁੱਟ ਪਏ ਹਨ। ਦੂਸਰੇ ਜਿੱਦਣ ਦੇ ਆਏ ਹਨ ਨਿਰਾਹਾਰ ਹਨ। ਸਾਥੀਆਂ ਨੇ ਥੋੜਾ ਦਾਲ ਤੇ ਚਾਵਲ ਪਾਏ ਹਨ, ਪਰ ਆਪ ਅਜੇ ਤੱਕ ਪਾਉਣ ਆਹਾਰੀ ਹਨ ਅਤੇ ਆਪ ਇਸ ਫਾਕੇ ਨਾਲ ਕੋਈ ਲਿੱਸੇ ਮਾੜੇ ਨਹੀਂ ਪਏ। ਤੀਜੇ ਜੋ ਸਰੀਰ ਉਹਨਾਂ ਦੀ ਪ੍ਰੀਖਿਆ ਵਾਸਤੇ ਜਾਂਦਾ ਹੈ, ਬਾਗ ਵੜਦਿਆਂ ਉਸ ਦੀ ਸੁਰਤ ਹੋਰ ਹੋ ਜਾਂਦੀ ਹੈ, ਪ੍ਰੀਖਿਆ ਭੁੱਲ ਜਾਂਦੀ ਹੈ, ਹਿਰਦੇ ਵਿੱਚ ਖਿੜਾਓ ਹੋਣ ਲੱਗ ਪੈਂਦਾ ਹੈ। ਦੂਰ ਤੋਂ ਦਰਸ਼ਨ ਆਉਂਦੇ ਹਨ ਤਾਂ ਜ਼ਬਾਨ ਬੰਦ ਹੋ ਜਾਂਦੀ ਹੈ, ਬੋਲ ਨਹੀਂ ਆਉਂਦਾ। ਆਪਣੇ ਆਪ ਸਿਰ ਨੀਵਦਾ ਹੈ ਤੇ ਉਹਨਾਂ ਪਵਿੱਤਰ ਚਰਨਾਂ ਤੇ ਡਿੱਗ ਪੈਂਦਾ ਹੈ। ਚਰਨੀ ਲੱਗਦਿਆਂ ਧੁੰਨ ਛਿੜ ਪੈਂਦੀ ਹੈ, ਵਾਹਿਗੁਰੂ ਵਾਹਿਗੁਰੂ। ਜਦ ਮੁੜ ਆਉਂਦਾ ਹੈ ਤਾਂ ਨੈਣ ਨੀਰ ਪੂਰਤ ਆਉਂਦੇ ਹਨ। ਪੁੱਛੋ ਤਾਂ ਇਹ ਉੱਤਰ ਮਿਲਦਾ ਹੈ, ਆਪਣੇ ਮਾਲਕ ਨੂੰ ਯਾਦ ਕਰੋ, ਰਚਨਹਾਰ ਨਾਲ ਪ੍ਰੇਮ ਕਰੋ। हे ਰਾਜਾ, ਜਿਤਨੇ ਸ਼ਰੀਰ ਗਏ ਸਭ ਦੀ ਇਸ ਪ੍ਰਕਾਰ ਕਾਇਆ ਪਲਟ ਹੋ ਗਈ। ਰਾਜਾ ਰੋ ਕੇ ਕੁਝ ਨਾਮ ਪਤਾ ਦੱਸਦੇ ਹਨ। ਮੰਤਰੀ ਚੁੱਪ ਹਨ, ਕਿਸੇ ਗੱਲ ਦਾ ਉੱਤਰ ਨਹੀਂ ਦਿੰਦੇ। ਜੋ ਸ਼ਰੀਰ ਪਰਤਾਵਾ ਲੈਣ ਜਾਵੇ ਉਹ ਬੇਜ਼ੁਬਾਨ ਹੋ ਆਉਂਦਾ ਹੈ ਤੇ ਉਹ ਉੱਪਰਲੀ ਦਸ਼ਾ ਵਿੱਚ ਆਉਂਦਾ ਹੈ।
ਅੱਜ ਮੈਂ ਤੇ ਵਿਦੂਖਕ ਜੀ ਆਪ ਗਏ ਸਾਂ। ਉਹ ਤਾਂ ਦਰਸ਼ਨ ਮਗਨ ਉੱਥੇ ਹੀ ਬੈਠੇ ਹਨ। ਆਖਦੇ ਹਨ ਇਹ ਨਿਰਵਾਸ ਜੋਤ ਜ਼ਰੂਰ ਹਨ। ਜਾਓ ਰਾਜਾ ਜੀ ਨੂੰ ਆਖੋ ਨਿਰਸੰਸੇ ਆਉਣ। ਮੈਨੂੰ ਕਹਿੰਦੇ ਸਨ ਐਡੇ ਪਿਆਰੇ ਹਨ, ਜੇ ਮੈਨੂੰ ਇਹ ਕੇਵਲ ਕਹਿ ਦੇਣਗੇ ਕਿ ਰੱਬ ਹੈ ਤਾਂ ਮੈਂ ਮੰਨ ਲਵਾਂਗਾ ਤੇ ਬਹੁਤ ਧਰਮ ਹੁਣੇ ਹੀ ਤਿਆਗ ਦਿਆਂਗਾ। ਫਿਰ ਕਹਿਣ ਲੱਗੇ ਮੈਂ ਇਹ ਮੋਹਣੀ ਮੂਰਤ ਨੂੰ ਦੇਖ ਕੇ ਮੋਹਿਆ ਗਿਆ ਹਾਂ। ਇਹ ਆਦਮੀ ਨਹੀਂ ਹੈ, ਜ਼ਰੂਰ ਕੋਈ ਮਹਾਨ ਅਵਤਾਰ ਹੈ। ਹੇ ਰਾਜਾ, ਮੈਂ ਵੀ ਖਿੱਚ ਖਾ ਕੇ ਆਇਆ ਹਾਂ। ਬੜੇ ਪਿਆਰੇ ਲੱਗਦੇ ਹਨ। ਧਰਤੀ ਦੇ ਜੀਵ ਹੀ ਨਹੀਂ ਲੱਗਦੇ। ਮਨ ਮੰਨਦਾ ਹੈ ਕਿ ਆਕਾਸ਼ਾਂ ਤੋਂ ਆਏ ਹਨ। ਰਾਜਾ ਹੌਕਾ ਲੈ ਕੇ, ਮੰਤਰੀ, ਉਸ ਪਖੰਡੀ ਨੂੰ ਮੱਥਾ ਟੇਕ ਕੇ ਮੇਰੇ ਮਨ ਨੂੰ ਜੋ ਦੁੱਖ ਹੋਇਆ ਉਹ ਦੁੱਖ ਭੁੱਲਦਾ ਨਹੀਂ। ਤਦ ਦਾ ਚਿੱਤ ਇਹੋ ਡਰਦਾ ਹੈ ਕਿ ਸੱਚੇ ਬਿਨਾਂ ਇਹ ਸਿਰ ਕਿਸੇ ਅੱਗੇ ਭੁੱਲ ਨਾਲ ਵੀ ਨਾ ਝੁਕ। ਹੁਣ ਭੱਜ ਕੇ ਪਹੁੰਚਣ ਨੂੰ ਜੀ ਉਮਲਦਾ ਹੈ। ਮੰਤਰੀ, ਹੇ ਰਾਜਨ, ਹੁਣ ਤਾਂ ਸੱਚ ਸਾਮਰਥਕ ਹੈ। ਕੱਲ ਰਾਗ ਵਿਦਿਆ ਵਿੱਚ ਨਿਪੁੰਨ ਸੁੰਦਰੀਆਂ ਗਈਆਂ ਸਨ ਜੋ ਨਿਰਤਕਾਰੀ ਕਰਕੇ ਉਹਨਾਂ ਨੂੰ ਆਪਣੇ ਰੰਗ ਵਿੱਚੋਂ ਉਖੇੜਨ, ਪਰ ਉਸ ਮਿਰਦੁਲ ਮੂਰਤੀ ਨੇ ਜਾਂਦਿਆਂ ਹੀ ਕਿਹਾ ਰਾਗ ਨੂੰ ਹਰੀ ਕੀਰਤਨ ਵਿੱਚ ਵਰਤੋ, ਨਾਮ ਜਪੋ। ਉਸੀ ਵਕਤ ਉਹ ਸਮਾਧੀ ਵਿੱਚ ਬੈਠ ਗਈਆਂ। ਕੁਛ ਦੇਰ ਬਾਅਦ ਹੋਸ਼ ਪਰਤੀ ਤਾਂ ਮੁੜੀਆਂ। ਉਹਨਾਂ ਦੇ ਨੈਣ ਜਲ ਨਾਲ ਭਰੇ ਹਨ ਅਰ ਸਰੀਰ ਵਿੱਚੋਂ ਹਰੀ ਨਾਮ ਦੀ ਅਖੰਡਾਕਾਰ ਧੁਨੀ ਮਨੋਂ ਨਿਕਲ ਰਹੀ ਹੈ। ਇਸ ਤਰ੍ਹਾਂ ਦਿਸਦੀਆਂ ਹਨ ਕਿ ਪਵਿੱਤਰਤਾ ਅਰ ਹਰੀ ਸਿਮਰਨ ਦੀਆਂ ਦੇਵੀਆਂ ਹਨ। ਹੇ ਰਾਜਾ, ਬਾਗ ਵਿੱਚ ਪ੍ਰਭਾਵ ਹੀ ਕੁਛ ਹੋਰ ਹੈ। ਪੈਰ ਰੱਖਦਿਆਂ ਹੀ ਜੀ ਖਿੜਦਾ ਹੈ, ਠੰਡ ਵਰਤਦੀ ਹੈ, ਸ਼ਾਂਤੀ ਆਉਂਦੀ ਹੈ ਤੇ ਐਵੇਂ ਲੱਗਦਾ ਹੈ ਜਿਵੇਂ ਰੱਬ ਹੀ ਰੱਬ ਹੋ ਰਿਹਾ ਹੈ। ਮੇਰੀ ਜਾਂਚੇ ਹੁਣ ਸੰਸਾ ਨਹੀਂ। ਮਨਸੁਖ ਦਾ ਗੁਰੂ, ਆਪ ਦਾ ਗੁਰੂ ਨਾਨਕ, ਸ੍ਰਿਸ਼ਟੀ ਦਾ ਤਰਾਣ ਕਰਤਾ, ਮਹਾਨ ਰਿਖੀਆਂ ਦਾ ਸ਼੍ਰੋਮਣੀ, ਅਵਤਾਰਾਂ ਦਾ ਗੁਰੂ ਅਵਤਾਰ ਇਹੋ ਹੈ। ਰਾਜਾ ਇਹ ਸੁਣ ਕੇ ਚੱਕਰ ਖਾ ਕੇ ਟਹਿ ਪਿਆ। ਫਿਰ ਸੰਭਲਿਆ ਤੇ ਬੋਲਿਆ, ਅਹੋ ਮੈਂ ਅਪਰਾਧੀ, ਮੈਂ ਆਪਣੇ ਮਾਲਕ ਦੇ ਪਰਤਾਵੇ ਲਈ ਦੇਗ ਮੇਰੇ ਤਰਬਕ ਕੇ। ਹੈ ਮੰਤਰੀ, ਤੂੰ ਕੀ ਆਖਦਾ ਹੈ? ਮੰਤਰੀ, ਪਾਤਸ਼ਾਹ ਹੁਣ ਤਾਂ ਆਪ ਹੈ, ਆਪ ਹੈ, ਆਪ ਹੈ। ਅੱਜ ਤਾਂ ਮੈਂ ਤੇ ਵਿਦੂਖਕ ਜੀ ਨੇ ਨਾਮ, ਜ਼ਾਤ, ਪਤਾ ਪੁੱਛਣ ਦੀ ਵੀ ਗੁਸਤਾਖੀ ਕੀਤੀ, ਪਰ ਉਹ ਕੀਰਤਨ ਵਿੱਚ ਮਗਨ ਸਨ। ਆਪ ਦੇ ਦੈਵੀ ਗਲੇ ਤੋਂ ਜੋ ਅਨਾਹਦ ਨਾਦ ਹੋਇਆ ਤਾਂ ਇਹ ਕੁਛ ਗਾਵਿਆ ਗਿਆ ਜੋ ਆਪਣੇ ਲੇਖਕ ਜੀ ਨੇ ਨਾਲੋਂ ਨਾਲ ਲਿਖ ਲਿਆ। ਜੋਗੀ ਜੁਗਤ ਨਾਮ ਨਿਰਮਾਇਲ, ਤਾ ਕਹਿ ਮੈਲ ਨਾ ਰਾਤੀ, ਪ੍ਰੀਤਮ ਨਾਥ ਸਦਾ ਸਚ ਸੰਗੇ, ਜਨਮ ਮਰਨ ਗਤ ਬੀਤੀ, ਗੁਸਾਈ ਤੇਰਾ ਕਹਾ ਨਾਮ ਕੈਸੇ ਜਾਤੀ, ਜਾਂ ਤੋ ਭੀਤਰ ਮਹਿਲ ਬੁਲਾਵੇ ਪੂਛੋਂ ਬਾਤ ਨਿਰੰਤੀ। ਰਹਾਓ, ਬ੍ਰਾਹਮਣ ਬ੍ਰਹਮ ਗਿਆਨ ਇਸ਼ਨਾਨੀ, ਹਰ ਗੁਣ ਪੂਜੇ ਪਾਤੀ, ਏਕੋ ਨਾਮ ਏਕ ਨਾਰਾਇਣ, ਤ੍ਰਿਭਵਨ ਏਕਾ ਜੋਤੀ, ਜਿਹਬਾ ਡੰਡੀ ਏਕ ਅਠ ਛਾਬਾ, ਤੋਲੋ ਨਾਮ ਅਜਾਚੀ, ਏਕੋ ਹਾਟ ਸ਼ਾਹ ਸਭਨਾ ਸਿਰ, ਵਣਜਾਰੇ ਇੱਕ ਭਾਂਤੀ, ਦੋਵੇਂ ਸਿਰੇ ਸਤਿਗੁਰੂ ਨਿਬੇੜੇ, ਸੋ ਬੂਝੈ ਜਿਸ ਏਕ ਲਿਵ ਲਾਗੀ, ਜਿਉ ਰਹਿ ਨਿਬਰਾਤੀ, ਸ਼ਬਦ ਵਸਾਏ ਭਰਮ ਚੁਕਾਏ, ਸਦਾ ਸੇਵਕ ਦਿਨ ਰਾਤੀ, ਊਪਰ ਗਗਨ ਗਗਨ ਪਰ ਗੋਰਖ, ਤਾਂ ਕਾ ਅਗਮ ਗੁਰੂ ਪੁਨਵਾਸੀ, ਗੁਰਬਚਨੀ ਬਾਹਰ ਕਰ ਏਕੋ, ਨਾਨਕ ਭਇਆ ਉਦਾਸੀ। ਮਾਰੂ ਮਹੱਲਾ ਪਹਿਲਾ। ਇਸ ਸ਼ਬਦ ਦੀ ਧੁਨੀ ਮਾਰੂ ਰਾਗ ਵਿੱਚ ਸੀ। ਇਹ ਵੈਰਾਗ ਦਾ ਨਕਸ਼ਾ ਬਣ ਗਈ। ਉਹ ਇਲਾਹੀ ਧੁਨ ਸੁਣਦੇ ਸਭ ਪੱਥਰ ਦੀਆਂ ਮੂਰਤਾਂ ਵਾਂਗ ਨਿਸ਼ਚਲ ਹੋ ਗਏ ਤੇ ਸਾਨੂੰ ਸਾਫ਼ ਉੱਤਰ ਮਿਲ ਗਿਆ ਕਿ ਆਪ ਦਾ ਹੀ ਨਾਮ ਨਾਨਕ ਹੈ। ਰਾਜਾ, ਸੱਚ ਹੈ, ਉਹ ਪਤਿਤ ਪਾਵਨ ਆਪ ਹੈ, ਪਰ ਮੈਂ ਪਤਿਤ ਹਾਂ। ਪਰ ਹਾਂ, ਉਹ ਪਤਿਤ ਪਾਵਨ ਹੈ, ਇਹ ਕਹਿੰਦੇ ਰਾਜਾ ਦਾ ਦਿਲ ਟੁੱਟਾ। ਪ੍ਰੇਮ ਦਾ ਪ੍ਰਵਾਹ ਕੜ ਪਾੜ ਕੇ ਚੜਿਆ। ਹੱਦ ਬੰਨੇ ਸੋਚਾਂ ਸੰਸੇ ਰੁੜ ਗਏ। ਪ੍ਰੀਤ ਦੀ ਕਾਂਗ ਆਈ, ਇਸ਼ਕ ਦੀ ਨਾ ਰੁਕਣ ਵਾਲੀ ਹੜ ਦੇ ਵੇਗ ਦੀ ਰਾਹ ਆਈ। ਸੁਰਤ ਨੂੰ ਲੈ ਟੁਰੀ, ਮਨ ਨੂੰ ਲੈ ਟੁਰੀ, ਦੇਹ ਨੂੰ ਲੈ ਟੁਰੀ,
ਖਿੱਚ ਦੀ ਤਿਰਖੀ ਕਾਂਗ ਰਾਜਾ ਨੂੰ ਨਸਾਈ ਲਈ ਜਾਂਦੀ ਹੈ, ਭਜਾਈ ਲਈ ਜਾਂਦੀ ਹੈ। ਪ੍ਰੀਤਮ ਆਇਆ, ਮੇਰਾ ਪ੍ਰੀਤਮ ਆਇਆ ਕਹਿੰਦਾ ਲੋਹਾ ਜਿਉਂ ਧਾ ਕੇ ਚੁੰਬਕ ਵੱਲ ਜਾਂਦਾ ਹੈ, ਇਉਂ ਧਰੂਈ ਦਾ ਜਾ ਰਿਹਾ ਹੈ। ਵੱਛਾ ਮਾਂ ਵੰਨੀ ਭੰਨਾ ਜਾਂਦਾ ਹੈ, ਕਾਲੀ ਹੋਈ ਨਦੀ ਸਮੁੰਦਰ ਵੱਲ ਨੱਠੀ ਜਾਂਦੀ ਹੈ, ਤਿਵੇਂ ਰਾਜਾ ਸਤਿਗੁਰ ਵੱਲ ਭੱਜਾ ਜਾ ਰਿਹਾ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਖੀਰਲਾ ਭਾਗ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।